गर्भ प्रभ कै सिमरन दुख जम नसै। प्रभ कै सिमरन गर्भ ना बसै। प्रभ कै सिमरन दुख जम नसै। गुरु अर्जन देव जी इस बाणी विच सानू समझा रहे ने कि जिहड़ा जीव परमात्मा दा सिमरन करदा है वो दोबारा जन्म विच नहीं आउंदा। प्रभ कै सिमरन गर्भ ना बसै। सिमरन है परमात्मा दी याद, परमात्मा नूं चेते करना। जिहड़ा जी परमात्मा नूं चेते करदा है, उहनूं याद करदा है ते परमात्मा वाले गुण उस जीव दे अंदर आने शुरू हो जाते। गुरु महाराज कह रहे हैं जिहड़ा जीव परमात्मा दा सिमरन करदा है वो दोबारा गर्भ विच नहीं आंदा। जिस तरह असीं इस वेले गर्भ विच आए हैं, जे ये जीव जिहड़ा मनुखा देही दे अंदर बैठा गर्भ दे विच जे परमात्मा नूं याद करे ते उहनूं याद कर करके जीवन गुजारे ते गुरु महाराज कह रहे हैं दोबारा इसनूं गर्भ नहीं मिलेगा। प्रभ कै सिमरन गर्भ ना बसै। प्रभ कै सिमरन दुख जम नसै। प्रभ कै सिमरन दुख जम नसै। दुख जिहड़ा है जीव दा दूर हो जाता है। दुखां दा डर जिहड़ा है सारा खत्म हो जाता है जदों जीव परमात्मा नूं चेते करदा है। जिहड़ा जीव संसार के दुखों में फसिया बड़ा परेशान हो रहा सी, पर जे उन्होंने परमात्मा याद आ जाए सारे दुख जीव दे दूर हो जाते हैं। क्योंकि अज्ञानता जिहड़ी है वो सारी नस जाती है। दुख क्यों है बंदे अंदर? सारा दुख रब नूं भुला के जिहड़ा जीव रब नूं भुलिया है उहदे अंदर दुखा ने वास करना ही करना है। ते जदों रब चेते आ जाए तो जीव दे अंदरों दुख जिहड़ा है वो सारा नाश हो जाता है। तो गुरु महाराज कह रहे हैं प्रभ कै सिमरन दुख जम नसै। दुख नसदा कदों दूर हुंदा है? जदों रब चेते आएगा। जदों रब चेते आएगा दुख किस तरह दूर हो जाएंगे? रब चेते आंदे ही अंदर एक ज्ञान का प्रकाश हो जाता है। जीव नूं चेते आ जाता, नूं पता लग जाता है कि संसार सारा मिथ्या है। क्योंकि जीव अज्ञानता के कारण दुखी हुंदा है। ते जदों नूं परमात्मा चेते आंदा है, परमात्मा चेते आंदे ही वो दस दिंदा है इनू अंदर ये संसार सारा मिथ्या है, सारा झूठ है। तू झूठ नाल जुड़ के दुखी हो रहा है। ते जदों सच नाल जुड़दा है, गुरु महाराज कह रहे हैं प्रभ कै सिमरन दुख जम नसै। प्रभ कै सिमरन काल पर हरै। प्रभ कै सिमरन दुश्मन डरै। प्रभ कै सिमरन काल पर हरै। मौत दा डर इहदा परे हट जाता है। क्योंकि परमात्मा नूं याद करदे अंदरों जीव जाग जाता है। इन्हूं पता लग जाता है शरीर की मौत हुंदी है।
ਜਿਹੜਾ ਅੰਦਰ ਬੈਠਾ ਜੀਵ ਉਹ ਨਹੀਂ ਮਰਦਾ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ। ਵਿਕਾਰ ਜਿਹੜੇ ਬੈਠੇ ਹੈ ਉਹ ਅੰਦਰ ਡਰ ਜਾਂਦੇ ਹੈ, ਕਿਉਂਕਿ ਜਦੋਂ ਜੀਵ ਰੱਬ ਦਾ ਸਿਮਰਨ ਕਰਦਾ ਹੈ ਵਿਕਾਰ ਵੀ ਅੰਦਰੋਂ ਭੱਜ ਜਾਂਦੇ। ਕਿਉਂ ਭੱਜਦੇ? ਵਿਕਾਰਾਂ ਦੀ ਸਾਰੀ ਪੋਲ ਖੁੱਲ ਜਾਂਦੀ ਹੈ। ਵਿਕਾਰ ਵੀ ਤਾਂ ਹੀ ਆਉਂਦੇ ਨੇ ਜਦੋਂ ਬੰਦੇ ਦੇ ਅੰਦਰ ਅਗਿਆਨਤਾ ਹੈਵੀ ਹੁੰਦੀ। ਉਸ ਵੇਲੇ ਬੰਦਾ ਅਗਿਆਨਤਾ ਵਸ ਹੋ ਕੇ ਜੀਵ ਭਟਕਦਾ ਬੜਾ ਹੈ, ਜਗ੍ਹਾ ਜਗ੍ਹਾ ਭਟਕਦਾ ਹੈ, ਜਗ੍ਹਾ ਜਗ੍ਹਾ ਠੇਡੇ ਖਾਂਦਾ ਹੈ। ਪਰ ਜਦੋਂ ਇਹਨੂੰ ਪ੍ਰਮਾਤਮਾ ਚੇਤੇ ਆਉਂਦਾ ਹੈ ਉਸ ਵੇਲੇ ਵਿਕਾਰ ਵੀ ਡਰਦੇ। ਪ੍ਰਭ ਕੈ ਸਿਮਰਨ ਦੁਸ਼ਮਨ ਟਰੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ। ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਆਨ ਦਿਨ ਜਾਗੈ। ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਕੋਈ ਰੁਕਾਵਟ ਨਹੀਂ ਪੈਂਦੀ। ਜ਼ਿੰਦਗੀ ਦੇ ਰਸਤੇ ਦੇ ਵਿੱਚ ਕੋਈ ਰੁਕਾਵਟ ਜਿਹੜੀ ਹੈ ਜੀਵ ਨੂੰ ਨਹੀਂ ਪੈਂਦੀ। ਜਿਸ ਜੀਵ ਨੂੰ ਪ੍ਰਮਾਤਮਾ ਚੇਤੇ ਆਉਂਦਾ ਹੈ ਉਹ ਸਿੱਧਾ ਤੀਰ ਫਿਰ ਰਸਤੇ ਤੇ ਚੱਲਦਾ ਹੈ, ਅੱਗੇ ਪਿੱਛੇ ਵਿਕਾਰ ਉਹਨੂੰ ਭਟਕਾ ਨਹੀਂ ਸਕਦੇ, ਉਹਨੂੰ ਕੋਈ ਵਿਘਨ ਨਹੀਂ ਲੱਗਦਾ। ਸੰਸਾਰ ਸਾਗਰ ਜਿਹੜਾ ਹੈ ਉਹ ਸਹਿਜੇ ਹੀ ਤਰ ਜਾਂਦਾ ਹੈ। ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ। ਪ੍ਰਮਾਤਮਾ ਯਾਦ ਪਾਉਂਦੇ ਆ। ਪ੍ਰਮਾਤਮਾ ਦੇ ਸਿਮਰਨ ਕਰਨ ਦੇ ਨਾਲ ਮਨੁੱਖ ਕੀ ਕਰਦਾ ਹੈ? ਇਹ ਜਾਗ ਜਾਂਦਾ ਹੈ। ਨਹੀਂ ਤੇ ਰੱਬ ਨੂੰ ਭੁਲਾ ਕੇ ਇਹ ਅੰਨਾ ਹੋ ਜਾਂਦਾ ਹੈ ਤੇ ਫਿਰ ਡਿੱਗਦਾ ਜਾ ਕੇ ਟੋਇਆਂ ਦੇ ਵਿੱਚ। ਵਿਕਾਰ ਇਹਨੂੰ ਸੁੱਟਦੇ ਨੇ, ਮਾਰਦੇ ਕੁੱਟਦੇ। ਪਰ ਜਿਹੜਾ ਮਨੁੱਖ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ, ਉਹਨੂੰ ਯਾਦ ਕਰਦਾ ਹੈ, ਉਹ ਸੁਚੇਤ ਰਹਿੰਦਾ, ਅਲਰਟ ਰਹਿੰਦਾ, ਵਿਕਾਰਾਂ ਵਾਲੇ ਪਾਸੇ ਭੱਜਦਾ ਨਹੀਂ। ਪ੍ਰਭ ਕੈ ਸਿਮਰਨ ਅਨ ਦਿਨ ਜਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ। ਪ੍ਰਭ ਕੈ ਸਿਮਰਨ ਭਉ ਨ ਵਿਆਪੈ, ਕਿਸੇ ਕਿਸਮ ਦਾ ਕੋਈ ਡਰ ਜੀਵ ਨੂੰ ਦਬਾ ਨਹੀਂ ਪਾ ਸਕਦਾ। ਪ੍ਰਭ ਕੈ ਸਿਮਰਨ ਦੁੱਖ ਨ ਸੰਤਾਪੈ, ਦੁੱਖ ਉਹਨੂੰ ਕਦੀ ਵਿਆਕਲ ਨਹੀਂ ਕਰ ਸਕਦਾ, ਸੰਤਾਪੈ ਉਹਨੂੰ ਤੰਗ ਨਹੀਂ ਕਰ ਸਕਦਾ। ਜਿਹੜਾ ਬੰਦਾ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ, ਉਹਦਾ ਭਜਨ ਕਰਦਾ ਹੈ, ਉਹ ਜੀਵ ਜਾਗਿਆ ਰਹਿੰਦਾ ਹੈ। ਉਹ ਜਾਗ ਕੇ ਸਾਰਾ ਤਮਾਸ਼ਾ ਜਿਹੜਾ ਹੈ ਉਹਨੂੰ ਵੇਖਦਾ ਰਹਿੰਦਾ ਹੈ। ਤਮਾਸ਼ਾ ਤਾਂ ਹੀ ਦਿਸੇਗਾ ਜਦੋਂ ਜੀਵ ਤੂੰ ਜਾਗੇਗਾ। ਜੇ ਸੋ ਜਾਏਗਾ ਤੇ ਤੂੰ ਵੀ ਉਸ ਤਰ੍ਹਾਂ ਹੀ ਵੱਜੇਗਾ, ਵਿੱਚ ਜਾ ਕੇ ਤੈਨੂੰ ਉਦਾਂ ਹੀ ਮਾਰ ਪਏਗੀ ਵਿਕਾਰਾਂ ਦੀ। ਤੂੰ ਤਮਾਸ਼ੇ ਦਾ ਇੱਕ ਪਾਰਟ ਬਣ ਜਾਏਗਾ, ਤੂੰ ਵੀ ਵੱਜੇਗਾ ਜਾ ਕੇ। ਭਾਵ ਤੂੰ ਵੀ ਦੁਖੀ ਹੋਏਗਾ, ਤੂੰ ਵੀ ਰੋਏਗਾ, ਕਰਲਾਹੇਗਾ ਆਮ ਰੂਹਾਂ ਦੀ ਤਰ੍ਹਾਂ। ਪਰ ਜੇ ਤੈਨੂੰ ਪ੍ਰਮਾਤਮਾ ਯਾਦ ਹੈ ਫਿਰ ਹੋਏਗਾ ਕਿ ਪ੍ਰਭ ਕੈ ਸਿਮਰਨ ਭਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁੱਖ ਨ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਕਿੱਥੇ ਮਿਲਦਾ ਏ? ਜਦੋਂ ਤੂੰ
ਉਹਨਾਂ ਦੀ ਸੰਗਤ ਕਰੇਗਾ ਜਿਨ੍ਹਾਂ ਨੂੰ ਰੱਬ ਚੇਤੇ ਹੈ, ਉਹਨਾਂ ਦੀ ਸੰਗਤ ਕਰਦਿਆਂ ਹੀ ਤੈਨੂੰ ਆਟੋਮੈਟਿਕ ਰੱਬ ਚੇਤੇ ਆਣਾ ਸ਼ੁਰੂ ਹੋ ਜਾਏਗਾ। ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ। ਦੁਨੀਆ ਦੇ ਸਾਰੇ ਖਜ਼ਾਨੇ ਤੈਨੂੰ ਸਮਝ ਲੈ ਮਿਲ ਗਏ, ਕਿਉਂਕਿ ਤੇਰਾ ਮਨ ਠਹਿਰ ਗਿਆ, ਤੇਰਾ ਮਨ ਤ੍ਰਿਪਤ ਹੋ ਗਿਆ। ਵਾਹਿਗੁਰੂ 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 ਵਾਹਿਗੁਰੂ। ਪ੍ਰਭ ਕੈ ਸਿਮਰਨ ਰਿਦ ਸਿਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ, ਸਿਮਰਨ ਵਿੱਚ ਕੀ ਹੈ? ਸਾਰੀਆਂ ਰਿੱਧੀਆਂ ਸਿੱਧੀਆਂ ਤੇ 9 ਖਜ਼ਾਨੇ, ਭਾਵ ਜੋ ਗੁਣ ਪ੍ਰਮਾਤਮਾ ਦੇ ਵਿੱਚ ਨੇ ਉਹ ਗੁਣ ਤੇਰੇ ਵਿੱਚ ਆਣੇ ਸ਼ੁਰੂ ਹੋ ਜਾਣਗੇ। ਕਿਉਂਕਿ ਬੰਦਾ ਜਿਹਨੂੰ ਯਾਦ ਕਰਦਾ ਹੈ ਉਹਦੇ ਗੁਣ ਜਿਹੜੇ ਉਹਦੇ ਅੰਦਰ ਆ ਜਾਂਦੇ। ਬੰਦਾ ਵਿਕਾਰਾਂ ਨੂੰ ਯਾਦ ਕਰਦਾ ਹੈ ਤੇ ਵਿਕਾਰਾਂ ਵਾਲੇ ਗੁਣ ਅੰਦਰ ਆ ਜਾਂਦੇ। ਬੰਦਾ ਕ੍ਰੋਧ ਨੂੰ ਯਾਦ ਕਰਦਾ ਹੈ ਤੇ ਕ੍ਰੋਧ ਵਾਲੇ ਗੁਣ ਆ ਜਾਂਦੇ, ਬੰਦਾ ਕ੍ਰੋਧੀ ਹੋ ਜਾਂਦਾ। ਬੰਦਾ ਲੋਭ ਨੂੰ ਯਾਦ ਕਰਦਾ ਹੈ, ਲੋਭੀ ਹੋ ਜਾਂਦਾ ਹੈ, ਲਾਲਚੀ ਹੋ ਜਾਂਦਾ। ਬੰਦਾ ਸੰਗਤ ਕਰ ਲੈ, ਜਿਹੜੇ ਬੰਦੇ ਮੋਹ 'ਚ ਫਸੇ ਨੇ ਉੱਥੇ ਉਹ ਮੋਹ ਵਿੱਚ ਇਹ ਵੀ ਜੀਵ ਫਸ ਜਾਏਗਾ। ਜੇ ਬੰਦਾ ਹੰਕਾਰੀਆਂ ਵਿੱਚ ਬਹਿ ਜਾਏ, ਹੰਕਾਰੀਆਂ ਦੀ ਸੰਗਤ ਵਿੱਚ ਹੰਕਾਰ ਵਾਲੇ ਗੁਣ ਅੰਦਰ ਆ ਜਾਣਗੇ। ਤੇ ਜਦੋਂ ਬੰਦਾ ਕਿਤੇ ਗੁਰਸਿੱਖਾਂ ਦੀ ਸੰਗਤ ਕਰ ਲਏ, ਜਿੱਥੇ ਪ੍ਰਮਾਤਮਾ ਦੀ ਗੱਲ ਹੋ ਰਹੀ ਹੈ, ਪ੍ਰਮਾਤਮਾ ਦੇ ਗੁਣ ਜਿਹੜੇ ਉਹ ਜੀਵ ਦੇ ਅੰਦਰ ਸਹਿਜੇ ਹੀ ਆ ਜਾਣਗੇ। ਗੁਰੂ ਮਹਾਰਾਜ ਕਹਿ ਰਹੇ ਨੇ, ਇਸੇ ਕਰਕੇ ਜੇ ਤੂੰ ਪ੍ਰਮਾਤਮਾ ਦਾ ਸਿਮਰਨ ਕਰ ਰਿਹਾ ਹੈ ਤੇ ਪ੍ਰਮਾਤਮਾ ਦੇ ਗੁਣ, ਉਹ ਜੋ ਕੁਆਲਿਟੀ ਹੈ ਉਹ ਹੌਲੀ ਹੌਲੀ ਤੇਰੇ ਅੰਦਰ ਆਣੀ ਸ਼ੁਰੂ ਹੋ ਜਾਏਗੀ। ਪ੍ਰਭ ਕੈ ਸਿਮਰਨ ਰਿਦ ਸਿਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਗਿਆਨ ਧਿਆਨ ਤੇ ਤਤ ਬੁੱਧ, ਤੇਰੀ ਬੁੱਧੀ ਨੂੰ ਸਮਝ ਆਣੀ ਸ਼ੁਰੂ ਹੋ ਜਾਏਗੀ। ਜਦੋਂ ਰੱਬ ਨੂੰ ਚੇਤੇ ਕਰੇਗਾ, ਪ੍ਰਮਾਤਮਾ ਤੇਰੇ ਕਿਵਾੜ ਜਿਹੜੇ ਦਰਵਾਜ਼ੇ ਬੁੱਧੀ ਦੇ ਬੰਦ ਪਏ ਨੇ ਉਹ ਖੋਲਣਾ ਸ਼ੁਰੂ ਕਰ ਦੇਗਾ। ਗੁਰੂ ਮਹਾਰਾਜ ਕਹਿ ਰਹੇ ਨੇ, ਪ੍ਰਮਾਤਮਾ ਦੇ ਸਿਮਰਨ ਦੇ ਵਿੱਚ ਹੀ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਰੱਬ ਨੂੰ ਜਿਹੜਾ ਬੰਦਾ ਸਿਮਰਦਾ ਹੈ, ਉਹਨੂੰ ਚੇਤੇ ਕਰਦਾ ਹੈ, ਇੱਕ ਤੇ ਉਹ ਜਾਗਿਆ ਰਹਿੰਦਾ ਹੈ। ਜਾਗਣ ਦੇ ਨਾਲ ਹੁੰਦਾ ਕੀ ਹੈ? ਬੁੱਧੀ ਜਿਹੜੀ ਉਹਦੀ ਖਿੜ ਜਾਂਦੀ ਹੈ, ਉਹਦੇ ਦਰਵਾਜ਼ੇ ਖੁੱਲ ਜਾਂਦੇ। ਪ੍ਰਮਾਤਮਾ ਉਹਨੂੰ ਆਪਣੇ ਆਪ ਗਿਆਨ ਦਿੰਦਾ ਹੈ ਅੰਦਰੋਂ, ਕਿਉਂਕਿ ਜਿਹਦੇ ਨਾਲ ਜੁੜਦਾ ਹੈ ਉਹਦਾ ਗਿਆਨ ਇਹਦੇ ਅੰਦਰ ਆਉਣਾ ਸ਼ੁਰੂ ਹੋ ਜਾਂਦਾ ਹੈ। ਜੇ ਬੰਦਾ ਵਿਕਾਰਾਂ ਨਾਲ ਜੁੜਦਾ ਹੈ, ਉਸ ਵੇਲੇ ਜੀਵ ਅੰਨਾ ਹੋ ਜਾਂਦਾ ਹੈ, ਉਹ ਵਿਕਾਰਾਂ ਦੇ ਖੂਹ ਵਿੱਚ ਜਾ ਡਿੱਗਦਾ। ਤੇ ਜਦੋਂ ਬੰਦਾ ਰੱਬ ਨਾਲ ਜੁੜਦਾ ਹੈ, ਉਸ ਖੂਹ ਚੋਂ ਬਾਹਰ ਆ ਜਾਂਦਾ ਤੇ ਰੱਬ ਕਰਦਾ ਕਿ ਉਹਦੇ ਅੰਦਰ ਉਹ ਗੁਣ ਭਰ ਦਿੰਦਾ ਤੇ ਉਹਦੇ ਅੰਦਰ ਗਿਆਨ ਧਿਆਨ ਤੇ ਤਤ ਬੁੱਧ ਆ ਜਾਂਦਾ। ਪ੍ਰਭ ਕੈ ਸਿਮਰਨ ਜਪ ਤਪ ਪੂਜਾ। ਪ੍ਰਮਾਤਮਾ ਦੇ ਸਿਮਰਨ ਵਿੱਚ ਹੀ ਜਿੰਨੇ ਜਪ ਆ ਗਏ, ਤਪ ਆ ਗਏ, ਜਿੰਨੀ ਪੂਜਾ ਬੰਦਾ ਕਰਦਾ ਹੈ, ਜੇ ਤੂੰ ਬਹਿ ਕੇ ਉਹਨੂੰ ਚੇਤੇ ਕਰੇ, ਉਹਨੂੰ ਯਾਦ ਕਰੇ, ਰੱਬ ਦਾ ਨਾਮ ਲਵੇ, ਤੇ ਉਸ ਨਾਮ ਦੇ ਵਿੱਚ ਹੀ ਸਾਰੀ ਜਪ,
ਸਾਰੇ ਤਪ ਤੇ ਸਾਰੀਆਂ ਪੂਜਾ। ਕੋਈ ਤੈਨੂੰ ਫਿਰ ਵੱਖਰੀ ਕੋਈ ਥਾਂ ਤੇ ਬਹਿ ਕੇ ਪੂਜਾ ਕਰਨ ਦੀ ਲੋੜ ਨਹੀਂ ਪੈਣੀ। ਗੁਰੂ ਮਹਾਰਾਜ ਕਹਿ ਰਹੇ ਜੇ ਜਿਹੜਾ ਮਨੁੱਖ ਪ੍ਰਮਾਤਮਾ ਨੂੰ ਯਾਦ ਕਰਦਾ ਹੈ, ਰੱਬ ਨੂੰ ਚੇਤੇ ਕਰਦਾ ਹੈ, ਉਹਦਾ ਸਿਮਰਨ ਕਰਦਾ ਹੈ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਦੂਜੀ ਹੋਂਦ ਜਿਹੜੀ ਬਿਨਸ ਜਾਂਦੀ, ਭਾਵ ਇਹ ਹੈ ਕਿ ਜਿਹੜੀ ਅੰਦਰ ਅਗਿਆਨਤਾ ਸੀ ਸਾਰੀ ਨਾਸ਼ ਹੋ ਜਾਂਦੀ। ਜਦੋਂ ਬੰਦਾ ਰੱਬ ਦਾ ਸਿਮਰਨ ਕਰਦਾ ਹੈ ਤੇ ਰੱਬ ਉਹਨੂੰ ਆਪਣੇ ਗੁਣ ਜਿਹੜੇ ਦੇਣਾ ਸ਼ੁਰੂ ਹੋ ਜਾਂਦਾ ਹੈ ਤੇ ਦੂਜੇ ਖਿਆਲ ਜਿਹੜੇ, ਦੂਜੀ ਹਸਤੀ, ਰੱਬ ਤੋਂ ਵੱਖਰੀ ਕੋਈ ਹਸਤੀ ਨਹੀਂ, ਹਰ ਜਗ੍ਹਾ ਪ੍ਰਮਾਤਮਾ ਹੀ ਕੰਮ ਕਰ ਰਿਹਾ ਹੈ, ਹਰ ਜਗ੍ਹਾ ਪ੍ਰਮਾਤਮਾ ਦਾ ਕਾਨੂੰਨ ਚੱਲ ਰਿਹਾ ਹੈ। ਤੇ ਜਦੋਂ ਬੰਦਾ ਰੱਬ ਨੂੰ ਚੇਤੇ ਕਰਦਾ ਹੈ ਤੇ ਗੁਰੂ ਮਹਾਰਾਜ ਕਹਿ ਰਹੇ ਨੇ ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ। ਹੁਣ ਇੱਥੇ ਗੁਰੂ ਮਹਾਰਾਜ ਕਹਿ ਰਹੇ ਨੇ ਕਿ ਜਿਹੜਾ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ ਉਹ ਤੀਰਥਾਂ ਦਾ ਇਸ਼ਨਾਨ ਕਰ ਰਿਹਾ ਹੈ। ਭਾਵ ਉਹ ਲੋਕ ਬਾਹਰ ਜਾਂਦੇ ਨੇ ਕਿਤੇ ਤੀਰਥਾਂ ਦੇ ਉੱਤੇ ਰੱਬ ਨੂੰ ਲੱਭਣ ਵਾਸਤੇ, ਬੰਦੇ ਤੀਰਥਾਂ ਤੇ ਜਾਂਦੇ ਨੇ, ਪਰ ਗੁਰੂ ਮਹਾਰਾਜ ਕਹਿ ਰਹੇ ਨੇ ਜਿਹੜਾ ਬੰਦਾ ਘਰ ਬਹਿ ਕੇ ਪ੍ਰਮਾਤਮਾ ਦਾ ਭਜਨ ਕਰ ਰਿਹਾ, ਉਹਨੂੰ ਯਾਦ ਕਰ ਰਿਹਾ, ਉਹ ਸਮਝ ਲਓ ਕਿ ਤੀਰਥ ਦਾ ਇਸ਼ਨਾਨ ਕਰ ਰਿਹਾ। ਪ੍ਰਮਾਤਮਾ ਦਾ ਨਾਮ ਹੀ ਉਸ ਜੀਵ ਵਾਸਤੇ ਤੀਰਥ ਹੈ। ਕੋਈ ਲੋੜ ਨਹੀਂ ਹੈ ਬਾਹਰ ਤੀਰਥਾਂ ਤੇ ਜਾਣ ਦੀ। ਪ੍ਰਮਾਤਮਾ ਕਿਤੇ ਬਾਹਰ ਕਿਸੇ ਖਾਸ ਤੀਰਥ ਉੱਪਰ ਨਹੀਂ ਬੈਠਾ। ਕੁਝ ਬੰਦੇ ਕਹਿੰਦੇ ਕਿ ਬਾਹਰ ਜਾਂਦੇ ਆ ਤੇ ਸ਼ਾਂਤੀ ਬੜੀ ਮਿਲਦੀ ਹੈ। ਫਿਰ ਉਹ ਸ਼ਾਂਤੀ ਤੈਨੂੰ ਇੱਕ ਦਿਨ ਵਾਸਤੇ ਮਿਲੀ, 2 ਦਿਨ ਵਾਸਤੇ, 4 ਦਿਨ, ਮੁੜ ਕੇ ਬੰਦਿਆ ਤੂੰ ਘਰ ਹੀ ਆਣਾ ਹੈ। ਇਸ ਕਰਕੇ ਪ੍ਰਮਾਤਮਾ ਦਾ ਸਿਮਰਨ ਘਰੇ ਬੈਠ ਕੇ ਕਰ, ਰੱਬ ਨੂੰ ਘਰ ਬਹਿ ਕੇ ਚੇਤਾ ਕਰ। ਰੱਬ ਕਿਤੇ ਬਾਹਰ ਨਹੀਂ ਬੈਠਾ, ਰੱਬ ਤੇਰੇ ਅੰਦਰ ਹੀ ਹੈ, ਤੇਰੇ ਕੋਲ ਹੀ ਹੈ, ਤੈਨੂੰ ਬਾਹਰ ਜਾਣ ਦੀ ਕੋਈ ਲੋੜ ਨਹੀਂ। ਗੁਰੂ ਮਹਾਰਾਜ ਕਹਿ ਰਹੇ ਨੇ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ। ਦਰਗਾਹ ਵਿੱਚ ਤੇਰੀ ਇੱਜ਼ਤ ਹੋਏਗੀ, ਉੱਥੇ ਰੱਬ ਦੀ ਦਰਗਾਹ ਵਿੱਚ ਤੂੰ ਜਾਏਗਾ, ਤੈਨੂੰ ਇੱਜ਼ਤ ਮਿਲੇਗੀ। ਪ੍ਰਮਾਤਮਾ ਦੀ ਦਰਗਾਹ ਕਿੱਥੇ ਹੈ? ਜਦੋਂ ਤੂੰ ਸਰੀਰ ਛੱਡੇਗਾ, ਉਹ ਗੁਰੂ ਮਹਾਰਾਜ ਕਹਿੰਦੇ ਜਦੋਂ ਤੂੰ ਅੱਗੇ ਜਾਏਗਾ, ਜਿਹੜਾ ਰੱਬ ਦਾ ਭਜਨ ਕਰਕੇ ਜਾਏਗਾ, ਉਹਨੂੰ ਫਿਰ ਰੱਬ ਦੀ ਦਰਗਾਹ ਦੇ ਵਿੱਚ ਅਨਾਦਰ ਨਹੀਂ ਝੇਲਣਾ ਪੈਂਦਾ। ਉੱਥੇ ਕੋਈ ਨਹੀਂ ਕਹੇਗਾ ਕਿ ਇਹ ਰੂਹ ਜਿਹੜੀ ਆਈ ਹੈ ਇਹ ਮੂਰਖ ਰੂਹ ਆਈ ਹੈ, ਰੇ ਰੇ ਦਰਗਾਹ ਕਹਿ ਨਾ ਕੋਈ ਨਹੀਂ ਕਹੇਗਾ ਬਈ ਤੈਨੂੰ ਇੱਜ਼ਤ ਮਿਲੇਗੀ ਉੱਥੇ ਦਰਗਾਹ ਦੇ ਵਿੱਚ। ਪ੍ਰਭ ਕੈ ਸਿਮਰਨ ਦਰਗਹਿ ਮਾਨੀ, ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ। ਜਗਤ ਵਿੱਚ ਪ੍ਰਮਾਤਮਾ ਦਾ ਹੁਕਮ ਦੇ ਨਾਲ ਜੋ ਵੀ ਹੋ ਰਿਹਾ ਹੈ ਉਹ ਤੈਨੂੰ ਭਲਾ ਹੀ ਪ੍ਰਤੀਤ ਹੋਏਗਾ। ਪ੍ਰਮਾਤਮਾ ਜੋ ਕਰ ਰਿਹਾ ਉਹ ਠੀਕ ਕਰ ਰਿਹਾ, ਕਿਉਂਕਿ ਸਾਡੀ ਸਮਝ ਜਿਹੜੀ ਹੈ
बड़ी छोटी है। प्रभ कै सिमरन सो फल फला। रब नूं चेते करेगा, इस जन्म दे विच तेरा मनोरथ जिहड़ा है वो सिद्ध हो जाएगा। भाव तू जो काम करन आया है, जे तू वो कर लिया, भाव तेरा मनुखा देही लई सफल हो गई। से सिमरे, केड़े सिमरदे ने नाम? जिन आप सिमराए, नानक तां कै लागू पाए। नानक तां कै लागू पाए। जिन्हां नूं परमात्मा अंदरों प्रेरणा देंदा है, जिन्हों रब बचाना चाहुंदा है, जिहड़ी जीव आत्मा रब नूं पसंद आ गई, उन्होंने फिर प्रेरणा देंदा है, वो कहंदा तू भजन कर, तू उहदा नाम जप। से सिमरे जिन आप सिमराए, नानक तां कै लागू पाए। प्रभ का सिमरन सब ते ऊंचा। जिन्ने काम असीं करदे हां मनुखा जीवन विच, गुरु महाराज कह रहे हैं सारिਆਂ ਤੋਂ ਉੱਚਾ ਕੰਮ परमात्मा ਦਾ सिमरन है। मनुखा जन्म होर कोई काम ਉੱਚਾ नहीं है। प्रभ का सिमरन सब ते ऊंचा। प्रभ कै सिमरन उदरे ऊंचा। मूर्ख बंदे विकारां च पए पार हो जाते, जिन्हां दा कोई चांस ही नहीं बचण दा कि ये बंदे विकारां च डिगे, ये हुण बाहर नहीं आ सकते। जे वो बंदा परमात्मा दा सिमरन करन लग पे, वो विकारां चों बच जांदा। प्रभ कै सिमरन उदरे मूचा। प्रभ कै सिमरन तृष्णा बूझै। तृष्णा की है? जिहड़ी बंदे दी बुझदी नहीं पई ते बंदा भटक रहा है। एक केड़ी प्यास है? बंदा दौड़ी जा रहा है ते इहदी प्यास जिहड़ी है माया दी, वो बुझदी नहीं पई ते बुझनी भी नहीं है। गुरु महाराज कह रहे हैं सहस खटे लख को उठ धावै, तृप्त ना आवे माया पाछै पावै। पर ये तृष्णा जिहड़ी है बुझेगी किस तरह? पहले बंदे नूं चेते आए, रब उहनूं दसे भाई जिस चीज दे पिछे दौड़ रहे हैं, तू इस चीज दे पिछे दौड़न वास्ते तेरा जन्म नहीं होया। तो इस तृष्णा नूं खत्म करना है। तो गुरु महाराज कह रहे हैं ये जिहड़ी तृष्णा है, त्रे जिहड़ी बंदे दी भुख है, ये किस तरह मिटेगी? परमात्मा दा सिमरन करन नाल माया दी जिहड़ी है त्रे मिट जांदी। प्रभ कै सिमरन तृष्णा बूझै। प्रभ कै सिमरन सब किछ सूझै। माया दे जिन्ने रूप ने, जिन्ने रंग ने, जीव नूं समझ पै जाती है ठग्या जा रहा है। जीव जाग जाता है, सुचेत रहता है। सुचेत तां रह सकता है जे रब नूं चेते करता रहेगा, नहीं तो ठग्या जाएगा। प्रभ कै सिमरन नाहीं जम त्रासा। प्रभ कै सिमरन पूरन आसा। जमां दा डर जिहड़ा है बंदे दा मुक जांदा है। सारियां आसां इहदियां पूरियां हो जांदियां।
ਪ੍ਰਮਾਤਮਾ ਦਾ ਸਿਮਰਨ ਕਰਨ ਦੇ ਨਾਲ, ਉਹਨੂੰ ਯਾਦ ਕਰਨ ਦੇ ਨਾਲ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਕੋਈ ਤਰੀਕਾ ਨਹੀਂ ਜਿਹਦੇ ਨਾਲ ਮਨ ਦੀ ਮੈਲ ਉਤਰੇ ਬੰਦੇ ਦੀ। ਬੰਦਾ ਜਿੰਨੇ ਮਰਜ਼ੀ ਤੀਰਥਾਂ ਉੱਤੇ ਜਾਏ, ਉੱਥੇ ਜਾ ਕੇ ਇਸ਼ਨਾਨ ਕਰੇ ਤੇ ਉੱਥੇ ਜਾ ਕੇ ਮਨ ਦੀ ਜਿਹੜੀ ਮੈਲ ਹੈ ਉਹ ਕਦੀ ਨਹੀਂ ਲੱਥਣੀ। ਹੁਣ ਮਨ ਦੀ ਮੈਲ ਗੁਰੂ ਮਹਾਰਾਜ ਕਹਿ ਰਹੇ ਸਿਰਫ ਲੱਥੇਗੀ ਕਿਸ ਤਰ੍ਹਾਂ? ਪ੍ਰਮਾਤਮਾ ਦਾ ਸਿਮਰਨ ਕਰਨ ਦੇ ਨਾਲ, ਸਿਰਫ ਪ੍ਰਮਾਤਮਾ ਦਾ ਸਿਮਰਨ ਕਰਨ ਦੇ ਨਾਲ, ਜਿਹਦਾ ਕੋਈ ਰੂਪ ਰੰਗ ਨਹੀਂ, ਜਿਹਦੀ ਕੋਈ ਖਾਸ ਬੋਲੀ ਨਹੀਂ, ਤੇਰੇ ਨਾਲ ਰਹਿੰਦਾ ਹੈ, ਤੇਰੇ ਨਾਲ ਵਸਦਾ ਹੈ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਅੰਮ੍ਰਿਤ ਵਰਗਾ ਨਾਮ ਪ੍ਰਮਾਤਮਾ ਦਾ, ਜਿਹੜਾ ਇਹਨੂੰ ਅਮਰ ਕਰ ਦਿੰਦਾ ਹੈ, ਇਹਦੇ ਹਿਰਦੇ ਦੇ ਵਿੱਚ ਸਮਾ ਜਾਂਦਾ ਹੈ, ਟਿਕ ਜਾਂਦਾ ਹੈ, ਖੜ ਜਾਂਦਾ ਹੈ। ਵਾਹਿਗੁਰੂ 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 ਵਾਹਿਗੁਰੂ। ਪ੍ਰਭ ਜੀ ਬਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਜੀ ਬਸੇ, ਕਿੱਥੇ ਵਸਦੇ? ਪ੍ਰਭੂ ਜੀ ਕਿੱਥੇ ਵਸ ਰਹੇ? ਸਾਧ ਕੀ ਰਸਨਾ, ਸਾਧ ਜਨਾਂ ਦੀ ਰਸਨਾ ਦੇ ਉੱਤੇ। ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੇ ਸੇ ਧਨਵੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ, ਸੇ ਪਤਵੰਤੇ। ਇੱਜ਼ਤ ਵਾਲੇ ਕੌਣ ਨੇ? ਜਿਹੜੇ ਉਹਨੂੰ ਚੇਤਾ ਕਰਦੇ। ਅਸਲੀ ਧਨਵਾਨ ਕੌਣ ਨੇ? ਜਿਹੜੇ ਬੰਦੇ ਪ੍ਰਮਾਤਮਾ ਨੂੰ ਸਿਮਰਦੇ। ਅਸਲੀ ਕਰੰਸੀ ਉਹਨਾਂ ਦੇ ਕੋਲ ਹੈ। ਗੁਰੂ ਮਹਾਰਾਜ ਕਹਿ ਰਹੇ ਨੇ ਪ੍ਰਭ ਕੋ ਸਿਮਰੇ ਸੇ ਧਨਵੰਤੇ। ਧਨਵੰਤੇ ਕੌਣ? ਅਸਲੀ ਕਰੰਸੀ ਕਿਹਨਾਂ ਦੇ ਕੋਲ ਹੈ? ਜਿਹੜੇ ਰੱਬ ਨੂੰ ਚੇਤੇ ਕਰ ਰਹੇ। ਤੇ ਇਹ ਜਿਹੜੀਆਂ ਸੰਸਾਰ ਦੀਆਂ ਕਰੰਸੀਆਂ ਸਭ ਝੂਠੀਆਂ ਨੇ। ਇਹ ਝੂਠੀਆਂ ਕਰੰਸੀਆਂ ਇੱਥੇ ਸਾਥ ਛੱਡ ਜਾਂਦੀਆਂ, ਪਰ ਇਹ ਜਿਹੜੇ ਰੱਬ ਦੇ ਨਾਂ ਦੀ ਕਰੰਸੀ ਹੈ, ਇਹਦਾ ਬੜਾ ਮੁੱਲ ਹੈ। ਤੇ ਇਹ ਇਕੱਠੀ ਕਿਸ ਤਰ੍ਹਾਂ ਹੁੰਦੀ ਹੈ? ਜਿਹੜਾ ਬੰਦਾ ਰੱਬ ਨੂੰ ਸਿਮਰਦਾ ਹੈ, ਉਹਨੂੰ ਚੇਤੇ ਕਰਦਾ ਹੈ, ਅਸਲੀ ਅਮੀਰ ਉਹ ਹੈ, ਉਹੀ ਧਨਾੜ ਹੈ। ਪ੍ਰਭ ਕੋ ਸਿਮਰੇ ਸੇ ਧਨਵੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ। ਉਹ ਇੱਜ਼ਤ ਵਾਲੇ ਨੇ। ਨਹੀਂ ਤੇ ਬਾਕੀ ਤੇ ਗਰਭ ਦੀਆਂ ਜੂਨਾਂ 'ਚ ਹੀ ਬਹਿਣਗੇ। ਮਨੁੱਖ ਜੂਨ ਲੈ ਕੇ ਤੇ ਜਾਨਵਰ ਦੀਆਂ ਜੂਨਾਂ 'ਚ ਜਾਣਗੇ। ਬਣਿਆ ਮਨੁੱਖ ਹੈ, ਸ਼ਕਲ ਮਨੁੱਖ ਵਾਲੀ ਹੈ, ਕਰਤੂਤਾਂ ਜਿਹੜੀਆਂ ਨੇ ਇਹਦੀਆਂ ਜਾਨਵਰਾਂ ਵਾਲੀਆਂ। ਬਣਿਆ ਇਨਸਾਨ ਹੈ, ਸ਼੍ਰੋਮਣੀ ਇਨਸਾਨ, ਜਾਨਵਰਾਂ ਨੂੰ ਵੱਢ ਵੱਢ ਖਾਂਦਾ ਹੈ। ਗੁਰੂ ਮਹਾਰਾਜ ਕਹਿ ਰਹੇ ਕਰਤੂਤ ਪਸ਼ੂ ਕੀ ਮਾਨਸ ਜਾਤ। ਵੇਖਣ ਨੂੰ ਬੰਦਾ ਏ, ਪਰ ਕਰਤੂਤਾਂ ਜਿਹੜੀਆਂ ਇਹਦੀਆਂ ਪਸ਼ੂਆਂ ਵਾਲੀਆਂ। ਪ੍ਰਭ ਕੋ ਸਿਮਰੇ ਸੇ ਜਨ ਪਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਦਾਨ। ਪ੍ਰਭ ਕੋ ਸਿਮਰੇ ਸੇ ਬੇਮੋਹਤਾਜੇ, ਪ੍ਰਭ ਕੋ ਸਿਮਰੇ ਸਰਬ ਕੇ ਰਾਜੇ।
ਉਹ ਬਾਦਸ਼ਾਹ ਨੇ ਜਿਹੜੇ ਪ੍ਰਮਾਤਮਾ ਨੂੰ ਸਿਮਰ ਰਹੇ ਨੇ। ਪ੍ਰਭ ਕੋ ਸਿਮਰੇ ਸੇ ਸੁਖ ਵਾਸੀ, ਪ੍ਰਭ ਕੋ ਸਿਮਰੇ ਸਦਾ ਬਨਾਸ਼ੀ। ਜਿਹੜੇ ਉਹਨੂੰ ਸਿਮਰਦੇ ਨੇ ਉਹ ਵੀ ਜਨਮ ਤੇ ਮਰਨ ਤੋਂ ਰਹਿਤ ਹੋ ਜਾਂਦੇ। ਸਦਾ ਬਨਾਸ਼ੀ ਸਿਮਰਨ ਤੇ ਲਾਗੇ, ਕੌਣ ਲੱਗੇ? ਜਿਨ ਆਪ ਦਿਆਲਾ, ਜਿਹਦੇ ਦਾ ਆਪ ਦਿਆਲ ਹੋ ਜਾਏ, ਆਪ ਮਿਹਰਬਾਨ ਹੋ ਜਾਏ, ਉਹ ਬੰਦੇ ਸਿਮਰਨ ਵਿੱਚ ਉਹ ਲੱਗਦੇ ਨੇ, ਇਸ ਕੰਮੇ ਲੱਗਦੇ। ਸਿਮਰਨ ਤੇ ਲਾਗੇ ਜਿਨ ਆਪ ਦਿਆਲਾ, ਨਾਨਕ ਜਨ ਕੀ ਮੰਗਰ ਵਾਲਾ। ਉਹਨਾਂ ਗੁਰਸਿੱਖਾਂ ਦੀ ਚਰਨ ਧੂੜ ਮੰਗਦਾ, ਉਹ ਕੋਈ ਵੱਡੇ ਭਾਗਾਂ ਵਾਲਾ। ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ। ਦੁਨੀਆ ਵਿੱਚ ਸਭ ਤੋਂ ਭਲਾਈ ਵਾਲਾ ਕੰਮ ਹੀ ਇਹੋ ਹੀ ਹੈ। ਜਿਹੜੇ ਬੰਦੇ ਪ੍ਰਮਾਤਮਾ ਨੂੰ ਸਿਮਰਦੇ ਨੇ ਉਹ ਫਿਰ ਦੂਜਿਆਂ ਦੀ ਭਲਾਈ ਕਰਨ ਵਾਲੇ ਬਣ ਜਾਂਦੇ ਹੈ। ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੇ ਤਿਨ ਸਦ ਬਲਹਾਰੀ। ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ, ਉਹ ਮੂੰਹ ਸੋਹਣੇ ਲੱਗਦੇ ਨੇ ਜਿਹੜੇ ਰੱਬ ਨੂੰ ਚੇਤੇ ਕਰਦੇ। ਜਿਹੜੇ ਮੂੰਹ ਚੋਂ ਗਾਲਾਂ ਕੱਢਦੇ, ਮੂੰਹ 'ਚ ਨਸ਼ੇ ਪਾਉਂਦੇ, ਨਿੰਦਿਆ ਚੁਗਲੀ ਜਿਹੜੇ ਮੂੰਹ ਕਰਦੇ ਉਹ ਮੂੰਹ ਸੋਹਣੇ ਨਹੀਂ ਲੱਗਦੇ। ਕਿਹੜੇ ਮੂੰਹ ਸੋਹਣੇ ਨੇ? ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੇ। ਉਹ ਸੁੱਖਾਂ ਦੇ ਵਿੱਚ ਉਹਨਾਂ ਦੀ ਉਮਰ ਜਿਹੜੀ ਹੈ ਗੁਜ਼ਰਦੀ ਹੈ। ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੇ, ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ। ਉਹਨਾਂ ਨੇ ਆਪਣੇ ਆਪ ਨੂੰ ਜਿੱਤ ਲਿਆ, ਮਨ ਨੂੰ ਜਿੱਤਿਆ। ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ। ਉਹਨਾਂ ਦਾ ਜੀਵਨ ਜਿਹੜਾ ਹੈ, ਜੀਣ ਦਾ ਤਰੀਕਾ ਉਹ ਬੜਾ ਸੋਹਣਾ ਸਾਫ ਸੁਥਰਾ, ਉਹਨਾਂ ਦੀ ਰੀਤ ਹੋ ਜਾਂਦੀ। ਪ੍ਰਭ ਕੋ ਸਿਮਰੇ ਤਿਨ ਆਨੰਦ ਕਨੇਰੇ। ਉਹਨਾਂ ਦੇ ਜੀਵਨ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ। ਜਿਹੜੇ ਬੰਦੇ ਰੱਬ ਨੂੰ ਚੇਤਾ ਕਰਦੇ, ਪ੍ਰਭ ਕੋ ਸਿਮਰੇ ਬਸੇ ਹਰ ਨੇਰੇ। ਉਹ ਪ੍ਰਮਾਤਮਾ ਦੀ ਹਜ਼ੂਰੀ ਦੇ ਵਿੱਚ ਹੀ ਵਸਦੇ। ਸੰਤ ਕਿਰਪਾ ਤੇ ਆਨ ਦਿਨ ਜਾਗ। ਸੰਤਾਂ ਦੀ ਕਿਰਪਾ ਨਾਲ ਹਰ ਵੇਲੇ ਜਾਗ ਆ ਸਕਦੀ ਹੈ। ਭਾਵ ਤੂੰ ਉਹਨਾਂ ਗੁਰਮੁਖਾਂ ਦੀ ਸੰਗਤ ਕਰੇ ਜਿਨ੍ਹਾਂ ਨੂੰ ਰੱਬ ਚੇਤੇ ਹੈ, ਤੇ ਉਹਨਾਂ ਦੀ ਸੰਗਤ ਵਿੱਚ ਬਹਿ ਕੇ ਬੰਦਾ ਜਾਗ ਜਾਂਦਾ ਹੈ। ਅਨ ਦਿਨ ਜਾਗ। ਸੰਤ ਕਿਰਪਾ ਤੇ ਅਨ ਦਿਨ ਜਾਗ, ਨਾਨਕ ਸਿਮਰਨ ਪੂਰਾ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨ ਚੂਰੇ। ਕਦੇ ਨਹੀਂ ਝੂਰਦਾ ਬੰਦਾ, ਕਦੀ ਚਿੰਤਾ ਉਹਨੂੰ ਤੰਗ ਨਹੀਂ ਕਰ ਸਕਦਾ। ਸਾਰੇ ਕੰਮ ਉਹਦੇ ਸਿਰੇ ਚੜ ਜਾਂਦੇ ਜਿਹੜਾ ਮਨੁੱਖ ਪ੍ਰਮਾਤਮਾ ਨੂੰ ਚੇਤੇ ਕਰਦਾ। ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸਮਾਣੀ। ਸਹਿਜ ਵਿੱਚ ਟਿਕ ਜਾਂਦਾ ਹੈ ਮਨ, ਜਿਹੜਾ ਏ ਖੜ ਜਾਂਦਾ ਹੈ, ਡੋਲਦਾ ਨਹੀਂ। ਪ੍ਰਭ ਕੈ ਸਿਮਰਨ
सहज समानी। प्रभ कै सिमरन निहचल आसन। मन कदे नहीं डोलदा, ਇਹਦਾ ਆਸਨ ਨਿਸ਼ਚਲ ਹੋ ਜਾਂਦਾ ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ। ਪ੍ਰਭ ਕੈ ਸਿਮਰਨ ਕਮਲ ਬਿਗਾਸਨ। ਪ੍ਰਭ ਕੈ ਸਿਮਰਨ ਅਨਹਦ ਚੁਨਕਾਰ। ਜਿਹੜਾ ਬੰਦਾ ਪਰਮਾਤਮਾ ਦਾ ਸਿਮਰਨ ਕਰਦਾ ਹੈ, ਜਿਹੜਾ ਉਹ ਚੇਤੇ ਕਰਦਾ ਹੈ, ਉਹਦੇ ਅੰਦਰੋਂ ਉਹਨੂੰ ਅਨਹਦ ਸ਼ਬਦ ਜਿਹੜਾ ਉਹਨੂੰ ਸੁਣਾਈ ਦੇ ਜਾਂਦਾ ਹੈ। ਅੰਦਰ ਅਨਹਦ ਸ਼ਬਦ ਵੱਜਦਾ, ਅੰਦਰ ਉਹ ਬੰਦਾ ਸੁਣ ਲੈਂਦਾ ਹੈ ਜਿਹੜਾ ਰੱਬ ਨੂੰ ਚੇਤੇ ਕਰਦਾ ਹੈ, ਕਿਉਂਕਿ ਮਨ ਖੜ ਜਾਂਦਾ ਹੈ, ਮਨ ਰੁਕ ਜਾਂਦਾ ਹੈ। ਅੰਦਰੋਂ ਅਨਹਦ ਝੁਨਕਾਰ ਜਿਹੜੀ ਹੈ ਉਸ ਜੀਵ ਨੂੰ ਸੁਣਾਈ ਦਿੰਦੀ ਹੈ। ਪ੍ਰਭ ਕੈ ਸਿਮਰਨ ਅਨਹਦ ਝੁਨਕਾਰ। ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ। ਪਰਮਾਤਮਾ ਦੇ ਸਿਮਰਨ ਤੋਂ ਜਿਹੜਾ ਸੁਖ ਉਪਜਦਾ ਹੈ ਉਹ ਕਦੇ ਮੁੱਕਦਾ ਨਹੀਂ, ਉਹਦਾ ਕੋਈ ਅੰਤ ਪਾਰਾਵਾਰ ਨਹੀਂ ਹੈ। ਰੱਬ ਨੂੰ ਚੇਤੇ ਕਰਾਂਗੇ, ਉਹਦੇ ਗੁਣ ਅੰਦਰ ਆਣਗੇ, ਉਹਦੇ ਅੰਦਰ ਸੁਖ ਜਿਹੜੇ ਬੰਦੇ ਅੰਦਰ ਆਉਂਦਾ, ਉਹ ਸੁਖ ਕਦੇ ਨਹੀਂ ਮੁੱਕਦਾ। ਤੇ ਜੀਵ ਦਾ ਜੀਵਨ ਜਿਹੜਾ ਹੈ ਉਹ ਖੁਸ਼ੀਆਂ ਦੇ ਵਿੱਚ, ਆਨੰਦ ਦੇ ਵਿੱਚ ਬੀਤਦਾ ਹੈ। ਸਿਮਰੇ ਸੇ ਜਨ ਜਿਨ ਕੋ ਪ੍ਰਭ ਮਿਆ। ਨਾਨਕ ਤਿਨ ਜਨ ਸਰਣੀ ਪਿਆ। ਨਾਨਕ ਤਿਨ ਜਨ ਸਰਣੀ ਪਿਆ। ਸਿਮਰੇ ਸੇ ਜਨ। ਕਿਹੜੇ ਸਿਮਰਦੇ ਨੇ, ਕਿਹੜੇ ਬੰਦੇ ਉਹਨੂੰ ਯਾਦ ਕਰਦੇ ਨੇ, ਜਿਨ੍ਹਾਂ ਉੱਤੇ ਪ੍ਰਮਾਤਮਾ ਦੀ ਮਿਹਰ ਹੁੰਦੀ ਹੈ। ਜਿਹਦੇ ਤੇ ਰੱਬ ਮਿਹਰ ਕਰਦੇ ਉਹ ਉਹਨੂੰ ਚੇਤੇ ਕਰਦੇ। ਸਿਮਰੇ ਸੇ ਜਨ ਜਿਨ ਕੋ ਪ੍ਰਭ ਮਿਆ। ਨਾਨਕ ਤਿਨ ਜਨ ਸਰਣੀ ਪਿਆ। ਹਰ ਸਿਮਰਨ ਕਰ ਭਗਤ ਪ੍ਰਗਟਾਏ। ਜਗਤ ਵਿੱਚ ਪ੍ਰਗਟ ਹੋ ਗਏ ਭਗਤ, ਉਹ ਮਸ਼ਹੂਰ ਹੋ ਗਏ ਪਰਮਾਤਮਾ ਦਾ ਸਿਮਰਨ ਕਰਕੇ, ਰੱਬ ਨੂੰ ਚੇਤੇ ਕਰਕੇ। ਉਹ ਭਗਤ ਉੱਚੀ ਅਵਸਥਾ ਨੂੰ ਹਾਸਲ ਹੋਏ ਤੇ ਸਾਰਾ ਸੰਸਾਰ ਉਹਨਾਂ ਨੂੰ ਨਕ ਮਸਤਕ ਨਮਸਕਾਰ ਕਰ ਰਿਹਾ ਹੈ। ਹਰ ਸਿਮਰਨ ਕਰ ਭਗਤ ਪ੍ਰਗਟਾਏ। ਹਰ ਸਿਮਰਨ ਲਗ ਵੇਦ ਉਪਾਏ। ਸਿਮਰਨ ਵਿੱਚ ਜੁੜ ਕੇ ਧਰਮ ਗ੍ਰੰਥ ਜਿਹੜੇ ਲਿਖੇ ਗਏ, ਜਿਹੜੇ ਪਹਿਲੇ ਰਿਸ਼ੀ ਮੁਨੀਆਂ ਨੇ ਵੇਦ ਲਿਖੇ, ਉਹ ਰੱਬ ਦੇ ਨਾਲ ਲਿਵ ਜੋੜ ਕੇ। ਹਰ ਸਿਮਰਨ ਭਏ ਸਿੱਧ ਜਤੀ ਦਾਤੇ। ਮਨੁੱਖ ਸਿੱਧ ਕਦੋਂ ਬਣਦਾ ਹੈ? ਉਹ ਜਤੀ ਬਣ ਜਾਂਦੇ, ਦਾਤੇ ਬਣ ਜਾਂਦੇ। ਰੱਬ ਨੂੰ ਚੇਤੇ ਕਰਦੇ ਪਤਾ ਲੱਗ ਜਾਂਦਾ ਹੈ ਕਿ ਇਹ ਧਨ ਮੇਰਾ ਨਹੀਂ, ਕਹਿੰਦੇ ਵੰਡੋ ਫਿਰ ਇਹਨੂੰ। ਉਹ ਦੇ ਜਾਂਦੇ ਇੱਥੇ ਧਰਤੀ ਦੇ ਉੱਤੇ, ਉਹ ਸਿੱਧ ਬਣ ਜਾਂਦੇ, ਜਤੀ ਬਣ ਜਾਂਦੇ। ਹਰ ਸਿਮਰਨ ਨੀਚ ਚੌਹ ਕੁੰਡ ਜਾਤੇ। ਸਿਮਰਨ ਦੀ ਬਰਕਤ ਦੇ ਨਾਲ ਜਿਹੜੇ ਬੰਦੇ ਵਿਕਾਰਾਂ 'ਚ ਪਏ, ਉਹ ਗੁਰੂ ਮਹਾਰਾਜ ਕਹਿ ਰਹੇ ਨੇ ਹਰ ਸਿਮਰਨ ਦੀ ਬਰਕਤ ਨਾਲ ਉਹ ਨੀਚ ਬੰਦਾ ਵੀ ਉੱਚੀ ਅਵਸਥਾ ਨੂੰ ਹਾਸਲ ਕਰ ਲੈਂਦਾ ਹੈ। ਨੀਚ ਚੌਹ ਕੁੰਡ ਜਾਤੇ। ਹਰ ਜਗ੍ਹਾ ਸੰਸਾਰ 'ਚ ਪ੍ਰਗਟ ਹੋ ਜਾਂਦਾ। ਹਰ ਸਿਮਰਨ ਨੀਚ ਚੌਹ ਕੁੰਡ ਜਾਤੇ। ਹਰ ਸਿਮਰਨ ਧਾਰੀ ਸਭ ਧਰਨਾ। ਸਾਰੀ ਧਰਤੀ ਨੂੰ ਪ੍ਰਮਾਤਮਾ ਨੇ ਆਸਰਾ ਦਿੱਤਾ ਹੈ, ਉਹਦੇ ਸਿਮਰਨ ਨਹੀਂ। ਸਿਮਰ ਸਿਮਰ ਹਰ ਕਾਰਨ ਕਰਨਾ। ਜਗਤ ਦੇ ਕਰਤਾ ਜਿਹੜਾ ਹੈ
ਗੁਰੂ ਮਹਾਰਾਜ ਕਹਿ ਰਹੇ ਨੇ ਉਹਨੂੰ ਹਮੇਸ਼ਾ ਸਿਮਰ, ਉਹਨੂੰ ਯਾਦ ਕਰ। ਹਰ ਸਿਮਰਨ ਕੀਓ ਸਗਲ ਅਕਾਰਾ, ਹਰ ਸਿਮਰਨ ਮੇ ਆਪ ਨਿਰੰਕਾਰਾ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਹਰ ਸਿਮਰਨ ਕੀਓ ਸਗਲ ਆਕਾਰਾ। ਪ੍ਰਮਾਤਮਾ ਦੇ ਸਿਮਰਨ ਵਾਸਤੇ ਸਾਰਾ ਜਗਤ ਬਣਾਇਆ। ਇਹ ਜਿਹੜਾ ਜਗਤ ਬਣਾਇਆ ਹੈ, ਜਿੱਥੇ ਅਸੀਂ ਆਏ ਹਾਂ, ਇਹ ਖੇਲ ਜਿਹੜਾ ਬਣਾਇਆ ਹੈ ਰੱਬ ਨੇ, ਹਰ ਸਿਮਰਨ, ਉਹਨੂੰ ਜੀਵ ਨੂੰ ਸਿਮਰਨ ਕਰਨ ਵਾਸਤੇ ਇੱਥੇ ਇਹ ਜਗਤ ਦੀ ਰਚਨਾ ਰਚੀ ਗਈ। ਹਰ ਸਿਮਰਨ ਮੇ ਆਪ ਨਿਰੰਕਾਰ। ਜਿੱਥੇ ਸਿਮਰਨ ਹੈ, ਜਿੱਥੇ ਉਹਦੀ ਯਾਦ ਹੈ, ਉੱਥੇ ਨਿਰੰਕਾਰ ਆਪ ਵਸਦਾ ਹੈ। ਉੱਥੇ ਰੱਬ ਆਪ ਹੈ, ਜਿੱਥੇ ਉਹਦੀ ਯਾਦ ਹੈ। ਕਰ ਕਿਰਪਾ ਜਿਸ ਆਪ ਬੁਝਾਇਆ। ਕਿਰਪਾ ਕਰਕੇ ਜਿਸ ਬੰਦੇ ਨੂੰ ਉਹਨੇ ਆਪਣੀ ਬੰਦਗੀ ਦਿੱਤੀ, ਸਿਮਰਨ ਦਿੱਤਾ, ਸਮਝ ਦਿੱਤੀ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਗੁਰੂ ਮਹਾਰਾਜ ਕਹਿ ਰਹੇ ਨੇ ਉਸ ਬੰਦੇ ਨੇ ਗੁਰੂ ਦੁਆਰਾ ਸਿਮਰਨ ਦੀ ਜਿਹੜੀ ਦਾਤ ਹੈ ਉਹ ਪ੍ਰਾਪਤ ਕਰ ਲਈ। ਕਿਹਨੇ ਕੀਤੀ? ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਹਰ ਸਿਮਰਨ ਤਿਨ ਪਾਇਆ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ।